फंगस एक म्यूकोरमाइकोसिस फैमिली की फंगस होंदी है जिहड़ी कि खून दी नसां तो अगे फैलदी है। सो ये फंगस उन्हां लोकां नूं इनवॉल्व करदी है जिन्हां दी इम्यून सिस्टम लो हुंदा ਅਤੇ ਉਹ ਲੋਕ ਜਿਨ੍ਹਾਂ ਦਾ ਆਲਰੇਡੀ ਇਮਿਊਨ ਸਿਸਟਮ ਲੋ ਹੈ, ਜਿਵੇਂ ਡਾਇਬਟੀਜ਼ ਜਿਨ੍ਹਾਂ ਨੂੰ ਹੈ, ਐਂਡ ਉੱਪਰ ਦੀ ਕੋਵਿਡ ਦੇ ਇਲਾਜ ਦੇ ਵਿੱਚ ਸਟੀਰੋਇਡਸ ਦਾ ਯੂਜ਼ ਹੁੰਦਾ, ਉਹ ਵੀ ਇਮਿਊਨ ਸਿਸਟਮ ਨੂੰ ਲੋ ਕਰਦੇ ਨੇ ਅਤੇ ਬਲੱਡ ਸ਼ੂਗਰ ਨੂੰ ਵਧਾਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦਾ ਇਕੱਠਾ ਹੋਣ ਕਰਕੇ ਮਿਊਕਰਮਾਈਕੋਸਿਸ ਦੇ ਕੇਸ, ਬਲੈਕ ਫੰਗਸ ਦੇ ਕੇਸ ਕਾਫੀ ਵੱਧ ਰਹੇ ਨੇ। ਸਟੀਰੋਇਡ ਟ੍ਰੀਟਮੈਂਟ ਤੁਸੀਂ ਇਸੇ ਤਰ੍ਹਾਂ ਹੀ ਨਹੀਂ ਲੈਣਾ ਕਿ ਕਿਸੇ ਦੀ ਪਰਚੀ ਕਾਪੀ ਕਰ ਲਈ, ਕੈਮਿਸਟ ਤੋਂ ਨਹੀਂ ਲੈਣਾ, ਓਵਰ ਦਾ ਕਾਊਂਟਰ ਸਟੀਰੋਇਡ ਨਹੀਂ ਲੈਣਾ। ਸਟੀਰੋਇਡ ਤੁਸੀਂ ਹਮੇਸ਼ਾ ਪ੍ਰੋਪਰ ਸਪੈਸ਼ਲਿਸਟ ਡਾਕਟਰ ਦੀ ਕੰਸਲਟੇਸ਼ਨ ਨਾਲ ਹੀ ਲੈਣਾ। ਅਸੀਂ ਅੱਜ ਫਿਰ ਇੱਕ ਨਵੀਂ ਬਿਮਾਰੀ ਦੀ ਗੱਲ ਕਰਾਂਗੇ ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧਦੀ ਜਾ ਰਹੀ ਹੈ, ਬਲੈਕ ਫੰਗਸ। ਇਸ ਬਿਮਾਰੀ ਦਾ ਹੋਣ ਦਾ ਕਾਰਨ ਸਭ ਤੋਂ ਵੱਡਾ ਹੈਗਾ ਉਹ ਇਲਾਜ ਨੀਮ ਹਕੀਮ ਖਤਰਾ ਏ ਜਾਨ। ਉਹਨਾਂ ਲੋਕਾਂ ਤੋਂ ਦਵਾਈ ਲੈਣੀ ਜਿਹੜੀ ਕਿ ਸਿਰਫ ਲੋਕਾਂ ਦੀਆਂ, ਡਾਕਟਰਾਂ ਦੀਆਂ, MBBS ਡਾਕਟਰਾਂ ਦੀਆਂ ਪ੍ਰਸਕ੍ਰਿਪਸ਼ਨ ਹੁੰਦੀਆਂ ਨੇ, ਜਿਹੜੀਆਂ ਉਹਨੂੰ ਕਾਪੀ ਕਰਦੇ ਨੇ, ਉਸ ਤੋਂ ਬਾਅਦ ਮੈਡੀਸਨ ਲੈਂਦੇ ਨੇ ਅਤੇ ਆਪਣੀ ਮਰਜ਼ੀ ਨਾਲ ਜਿਹੜੀ ਮੈਡੀਸਨ ਲੈ ਕੇ ਖਾਈ ਜਾਂਦੇ ਨੇ। ਉਹ ਮੈਡੀਸਨ ਜਿਸ ਤਰ੍ਹਾਂ ਨਾਲ ਹੁਣ ਕੋਵਿਡ ਦਾ ਦੌਰ ਆ, ਕੋਵਿਡ ਦੇ ਵਿੱਚ ਕਈ ਤਰ੍ਹਾਂ ਦੀਆਂ ਸਟੀਰੋਇਡਸ ਦੀ ਵਰਤੋਂ ਕੀਤੀ ਜਾ ਰਹੀ ਆ। ਸਿਰਫ ਉਹ ਡਾਕਟਰ ਆਪਣੀ ਸਮਝ ਦੇ ਨਾਲ ਕਿੰਨੀ ਸਟੀਰੋਇਡ ਕਿਸੇ ਨੂੰ ਦੇਣੀ ਆ, ਕਿਸ ਸਮੇਂ ਦੇਣੀ ਆ, ਲੇਕਿਨ ਪਰ ਜਿਹੜੇ ਉਹ ਡਾਕਟਰ ਨੇ ਜਿਨ੍ਹਾਂ ਵੱਲੋਂ ਕੋਈ ਡਿਗਰੀ ਨਹੀਂ ਲਈ ਗਈ ਜਾਂ ਕੈਮਿਸਟ ਸਟੋਰ ਵਾਲੇ ਨੇ, ਉਹ ਦੇਖਦੇ ਨੇ ਆਪਣੀ ਮਰਜ਼ੀ ਨਾਲ ਮੈਡੀਸਨ ਕਾਪੀ ਕਰਕੇ ਦੇ ਦਿੰਦੇ ਨੇ। ਉਹ ਕਿਤੇ ਨਾ ਕਿਤੇ ਸਾਨੂੰ ਜਿਹੜੇ ਬਲੈਕ ਫੰਗਸ ਨਾਮ ਦਾ ਰੋਗ ਆ ਜਿਹੜਾ ਕਿ ਬੜੀ ਤੇਜ਼ੀ ਨਾਲ ਵੱਧ ਰਿਹਾ ਹੈਗਾ, ਇਹ ਉਹਨਾਂ ਲੋਕਾਂ ਨੂੰ ਖਾਸ ਕਰਕੇ ਅਸੀਂ ਦੱਸਣਾ ਚਾਹਾਂਗੇ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਸ਼ੂਗਰ ਬੜੀ ਉਹਨਾਂ ਦੀ ਹਾਈ ਲੈਵਲ 'ਤੇ ਰਹਿੰਦੀ ਆ। ਉਹਨਾਂ ਲੋਕਾਂ ਦੇ ਵਿੱਚ ਇਹ ਰੋਗ ਪਾਇਆ ਜਾ ਰਿਹਾ। ਲੁਧਿਆਣਾ ਦੇ ਵਿੱਚ ਕਈ ਕੇਸ ਸਾਹਮਣੇ ਆ ਚੁੱਕੇ ਨੇ। ਸਾਡੇ ਨਾਲ ਡਾਕਟਰ ਅਜੀਬ ਕਪਲਾ ਨੇ ਗੱਲ ਕਰਾਂਗੇ ਇਸ ਬਲੈਕ ਫੰਗਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ, ਕਿਹੜੇ ਲੋਕ ਇਹ ਤੋਂ ਪੀੜਤ ਹੋ ਸਕਦੇ ਨੇ, ਇਸ ਦਾ ਟਰੀਟਮੈਂਟ ਕਿਸ ਤਰ੍ਹਾਂ ਹੋ ਰਿਹਾ, ਕੀ ਟਰੀਟਮੈਂਟ ਲਈ ਉਹ ਮੈਡੀਸਨ ਉਪਲਬਧ ਹੈਗੀਆਂ ਕਿ ਨਹੀਂ ਹੈਗੀਆਂ। ਕਈ ਜਿਸ ਤਰ੍ਹਾਂ ਨਾਲ ਪਹਿਲਾਂ ਕੋਵਿਡ ਦੇ ਦੌਰਾਨ ਵੀ ਕਈ ਚੀਜ਼ਾਂ ਜਿਹੜੀਆਂ ਸੀ, ਰੈਮਡੇਸਿਵੀਰ ਸੀਗਾ ਜਾਂ ਟੌਸਲੀ ਸੀ, ਕਈ ਇੰਜੈਕਸ਼ਨ ਸ਼ਾਰਟ ਹੋ ਗਏ, ਹੁਣ ਵੀ ਬੜੇ ਮੁਸ਼ਕਿਲ ਨਾਲ ਮਿਲਦੇ। ਕੀ ਬਲੈਕ ਫੰਗਸ ਵੀ ਇਸੇ ਤਰ੍ਹਾਂ ਹੋ ਰਿਹਾ, ਕਿਸ ਤਰ੍ਹਾਂ ਇਲਾਜ ਕੀਤਾ ਜਾ ਸਕਦਾ, ਗੱਲ ਕਰਾਂਗੇ ਡਾਕਟਰ ਸਾਹਿਬ ਨਾਲ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਨਮਸਕਾਰ। ਸੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿ ਕੋਵਿਡ ਆਪਣੀ ਪੀਕ 'ਤੇ ਹੈ, ਸਾਡੇ ਇੱਕ ਹਫ਼ਤੇ ਦੇ ਵਿੱਚ ਲਾਸਟ ਅਸੀਂ ਕਾਫੀ ਕੇਸਿਸ ਦੇਖ ਰਹੇ ਹਾਂ ਬਲੈਕ ਫੰਗਸ, ਜਿਹਨੂੰ ਕਿ ਆਮ ਲੋਕ ਕਹਿੰਦੇ ਨੇ, ਬਟ ਇਹ ਫੰਗਸ ਇੱਕ ਮਿਊਕੋਰਮਾਈਕੋਸਿਸ ਫੈਮਿਲੀ ਦੀ ਫੰਗਸ ਹੁੰਦੀ ਹੈ ਜਿਹੜੀ ਕਿ ਖੂਨ ਦੀਆਂ ਨਸਾਂ ਤੋਂ ਅੱਗੇ ਫੈਲਦੀ ਹੈ। ਸੋ ਇਹ ਫੰਗਸ ਉਹਨਾਂ ਲੋਕਾਂ ਨੂੰ ਇਨਵੋਲਵ ਕਰਦੀ ਹੈ ਜਿਨ੍ਹਾਂ ਦੀ ਇਮਿਊਨ ਸਿਸਟਮ ਲੋ ਹੁੰਦਾ ਹੈ। ਸੋ ਕਿਉਂਕਿ ਕੋਵਿਡ ਇਟਸੈਲਫ ਇੱਕ ਇਹੋ ਜਿਹੀ ਇਨਫੈਕਸ਼ਨ ਹੈ ਜਿਹੜੀ ਇਨਸਾਨ ਦੇ ਇਮਿਊਨ ਸਿਸਟਮ ਨੂੰ ਲੋ ਕਰ ਦਿੰਦੀ ਹੈ ਅਤੇ ਉਹ ਲੋਕ ਜਿਨ੍ਹਾਂ ਦਾ ਆਲਰੇਡੀ ਇਮਿਊਨ ਸਿਸਟਮ ਲੋ ਹੈ, ਜਿਵੇਂ ਡਾਇਬਟੀਜ਼ ਜਿਨ੍ਹਾਂ ਨੂੰ ਹੈ, ਐਂਡ ਉੱਪਰ ਦੀ ਕੋਵਿਡ ਦੇ ਇਲਾਜ ਦੇ ਵਿੱਚ ਸਟੀਰੋਇਡਸ ਦਾ ਯੂਜ਼ ਹੁੰਦਾ, ਉਹ ਵੀ ਇਮਿਊਨ ਸਿਸਟਮ ਨੂੰ ਲੋ ਕਰਦੇ ਨੇ ਅਤੇ ਬਲੱਡ ਸ਼ੂਗਰ ਨੂੰ ਵਧਾਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦਾ ਇਕੱਠਾ ਹੋਣ ਕਰਕੇ ਮਿਊਕਰਮਾਈਕੋਸਿਸ ਦੇ ਕੇਸ, ਬਲੈਕ ਫੰਗਸ ਦੇ ਕੇਸ ਕਾਫੀ ਵੱਧ ਰਹੇ ਨੇ। ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੋਵਿਡ ਕਰਕੇ ਕੀ ਕਾਰਨ ਆ, ਕੋਵਿਡ ਦੇ ਮਰੀਜ਼ਾਂ ਨੂੰ ਕਿਉਂ ਹੋ ਰਿਹਾ, ਕਿਸ ਚੀਜ਼ ਦੀ ਜ਼ਿਆਦਾ ਵਰਤੋਂ ਕਰਕੇ ਹੋ ਰਿਹਾ ਜਾਂ ਇਮਿਊਨਿਟੀ ਪਾਵਰ ਘੱਟ ਆ ਉਹਦੇ ਕਰਕੇ ਹੋ ਰਿਹਾ, ਕਿਹੜੀ ਏਜ ਦੇ ਲੋਕਾਂ ਨੂੰ ਜ਼ਿਆਦਾ ਹੋ ਰਿਹਾ? ਹਾਂ, ਦੇਖੋ ਇਸ ਬਲੈਕ ਫੰਗਸ ਦੇ ਹੋਣ ਦੇ ਵਿੱਚ ਤਿੰਨ ਚੀਜ਼ਾਂ ਸਭ ਤੋਂ ਇੰਪੋਰਟੈਂਟ ਹੈ। ਪਹਿਲੀ ਸਭ ਤੋਂ ਇੰਪੋਰਟੈਂਟ ਚੀਜ਼ ਤਾਂ ਜਿਵੇਂ ਹੈ ਉਹ ਕੋਵਿਡ ਹੀ ਹੈ। ਜਦੋਂ ਕੋਵਿਡ ਦੀ ਇਨਫੈਕਸ਼ਨ ਹੁੰਦੀ ਹੈ ਉਹ ਇਨਸਾਨ ਦੀ ਇਮਿਊਨਿਟੀ ਨੂੰ ਲੋ ਕਰਦੀ ਹੈ, ਐਂਡੋਥੀਲੀਆਈਟਿਸ ਕਰਦੀ ਹੈ, ਮੀਨਸ ਇਨਫਲੇਮੇਸ਼ਨ ਕੌਜ਼ ਕਰਦੀ ਹੈ ਬਹੁਤ ਜ਼ਿਆਦਾ। ਐਂਡ ਦੂਸਰਾ, ਕੋਵਿਡ ਦੇ ਵਿੱਚ ਬਲੱਡ ਦੇ ਵਿੱਚ ਜਿਹੜੀ ਫੈਰੇਟਿਨ ਦੇ ਲੈਵਲਸ ਆ ਉਹ ਵੱਧ ਜਾਂਦੇ ਆ। ਫੈਰੇਟਿਨ ਇਸ ਫੰਗਸ ਦੀ ਖੁਰਾਕ ਹੈ, ਇਸ ਕਰਕੇ ਉਹਨਾਂ ਕੇਸਿਸ ਦੇ ਵਿੱਚ ਇਹ ਜ਼ਿਆਦਾ ਹੁੰਦਾ। ਫਿਰ ਜਿਨ੍ਹਾਂ ਨੂੰ ਡਾਇਬਟੀਜ਼ ਹੈ, ਹੁਣ ਜੇ ਡਾਇਬਟੀਜ਼ ਅਨਕੰਟਰੋਲਡ ਹੋ ਜਾਂਦੀ ਹੈ ਇਸ ਬਿਮਾਰੀ ਕਰਕੇ ਤਾਂ ਇੱਕ ਪ੍ਰੋਬਲਮ ਹੁੰਦੀ ਹੈ ਜਿਹਨੂੰ ਡਾਇਬਟਿਕ ਕੀਟੋਐਸਿਡੋਸਿਸ ਕਹਿੰਦੇ ਆ। ਉਹਦੇ ਵਿੱਚ ਆਪਣੇ ਸਰੀਰ ਦੀ pH ਘੱਟ ਜਾਂਦੀ ਹੈ ਅਤੇ ਇਹ ਫੰਗਸ ਥੋੜ੍ਹੇ ਐਸਿਡਿਕ ਇਨਵਾਇਰਨਮੈਂਟ ਦੇ ਵਿੱਚ ਜ਼ਿਆਦਾ ਪ੍ਰੋਪਗੇਟ ਕਰਦੀ ਹੈ। ਆਲਰਾਈਟ, ਸੋ ਜਿਹੜੇ ਡਾਇਬਟਿਕ ਪੇਸ਼ੈਂਟ ਹੈ ਉਹਨਾਂ ਨੂੰ ਟਰੀਟਮੈਂਟ ਦੇ ਵਿੱਚ ਜਦੋਂ ਡਾਇਬਟੀਜ਼ ਸ਼ੂਗਰ ਲੈਵਲਸ ਵੱਧ ਜਾਂਦੇ ਆ, ਜਦੋਂ ਆਪਾਂ ਪ੍ਰੋਪਰ ਗਲਾਈਸੈਮਿਕ ਕੰਟਰੋਲ ਨਹੀਂ ਕਰਦੇ, ਪੇਸ਼ੈਂਟਸ ਦੀ ਪ੍ਰੋਪਰ ਸ਼ੂਗਰ ਮੋਨੀਟਰਿੰਗ ਨਹੀਂ ਹੁੰਦੀ, ਤਾਂ ਬਹੁਤ ਸਾਰੇ ਪੇਸ਼ੈਂਟ ਡਾਇਬਟਿਕ ਕੀਟੋਐਸਿਡੋਸਿਸ 'ਚ ਚਲੇ ਜਾਂਦੇ ਆ ਅਤੇ
ਉਹ ਇਸ ਫੰਗਸ ਦੀ ਚਪੇਟ ਦੇ ਵਿੱਚ ਬੜੀ ਛੇਤੀ ਆ ਜਾਂਦੇ ਆ। ਤੀਸਰੀ ਚੀਜ਼ ਹੈ ਸਟੀਰੋਇਡਸ। ਜਿਹੜੇ ਸਟੀਰੋਇਡਸ ਮਾਰਕੀਟ ਦੇ ਵਿੱਚ ਯੂਜ਼ ਹੋ ਰਿਹਾ ਇਸ ਦੀ ਟਰੀਟਮੈਂਟ ਦੇ ਵਿੱਚ, ਉਹ ਬਹੁਤ ਹੀ ਇਨਯੂਡੀਸ਼ੀਅਸਲੀ ਯੂਜ਼ ਹੋ ਰਿਹਾ। ਮੀਨਸ ਜਿਸ ਡੋਜ਼ ਦੇ ਵਿੱਚ ਅਤੇ ਜਿਸ ਤਰੀਕੇ ਦੇ ਨਾਲ ਉਹ ਯੂਜ਼ ਹੋਣੇ ਚਾਹੀਦੇ ਆ ਉਸ ਤਰੀਕੇ ਦੇ ਨਾਲ ਯੂਜ਼ ਨਹੀਂ ਹੋ ਰਿਹਾ। ਉਹ ਪੇਸ਼ੈਂਟਸ ਦੀ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦੇ ਨੇ ਅਤੇ ਬਲੈਕ ਫੰਗਸ ਦੀ ਉਹ ਚਪੇਟ 'ਚ ਆ ਜਾਂਦੇ ਨੇ। ਤੇ ਡਾਕਟਰ ਸਾਹਿਬ ਟ੍ਰੀਟਮੈਂਟ ਕੀ ਆ ਇਹਦੇ ਵਿੱਚ? ਜਿਹੜੀਆਂ ਮੈਡੀਸਨ ਵਰਤੀਆਂ ਨੇ ਆਸਾਨੀ ਨਾਲ ਮਿਲ ਰਹੀਆਂ ਨੇ ਕਿ ਨਹੀਂ? ਹੁਣ ਪਿਛਲੇ ਕੁਝ ਦਿਨਾਂ 'ਚੋਂ ਕਿੰਨੇ ਕੇਸ ਆ ਚੁੱਕੇ ਨੇ ਜਿਹੜੇ ਕਿ ਕੋਵਿਡ ਹੋਣ ਤੋਂ ਬਾਅਦ ਤੁਹਾਡੇ ਕੋਲ ਆਏ ਹੁਣ ਬਲੈਕ ਫੰਗਸ ਦੇ ਨਾਲ? ਹਾਂਜੀ, ਮੈਂ ਤੁਹਾਨੂੰ ਦੱਸਿਆ ਵੀ ਪਿਛਲੇ ਤੁਸੀਂ ਲਗਾ ਲਓ ਜੀ, ਸਾਡੇ ਕੋਲ ਹਫਤੇ 10 ਦਿਨ ਦੇ ਵਿੱਚ ਅਰਾਊਂਡ 6 ਕੇਸਿਸ ਆ ਚੁੱਕੇ ਨੇ ਇਸ ਕੋਵਿਡ ਦੇ ਬਲੈਕ ਫੰਗਸ ਦੇ। ਸੋ ਇਸ ਨੂੰ ਸਭ ਤੋਂ ਪਹਿਲਾਂ ਤਾਂ ਇਸ ਨੂੰ ਡਾਇਗਨੋਸਿਸ ਇਹਦਾ ਬਹੁਤ ਇੰਪੋਰਟੈਂਟ ਹੈ। ਸੋ ਮੈਂ ਤੁਹਾਨੂੰ ਆਲਰੇਡੀ ਦੱਸ ਹੀ ਦਿੱਤਾ ਵੀ ਕਿਹੜੇ ਹਾਈ ਰਿਸਕ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਇਹ ਹੋ ਸਕਦੀ ਹੈ। ਜਿਹੜਾ ਪੇਸ਼ੈਂਟ ਜਿਸ ਨੂੰ ਕੋਵਿਡ ਹੋਇਆ, ਜੇ ਉਹ ਡਾਇਬਟਿਕ ਹੈ ਜਾਂ ਈਵਨ ਉਹ ਪ੍ਰੀ ਡਾਇਬਟਿਕ ਹੈ। ਸੋ ਮੈਂ ਇੱਥੇ ਐਡ ਕਰਨਾ ਚਾਹਾਂ, ਪ੍ਰੀ ਡਾਇਬਟਿਕ ਉਹ ਪੇਸ਼ੈਂਟ ਹੈ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈ ਬਟ ਉਹਨਾਂ ਦੇ ਸ਼ੂਗਰ ਲੈਵਲ ਉਸ ਲੈਵਲ 'ਤੇ ਹੈ ਜਿਹੜੇ ਡਾਇਬਟਿਕਸ ਤੋਂ ਥੋੜ੍ਹੇ ਹੀ ਘੱਟ ਹੈ। ਅੱਪਰ ਨੋਰਮਲ ਰੇਂਜ 'ਚ ਉਹਨਾਂ ਦੀ ਬਲੱਡ ਸ਼ੂਗਰ ਹੁੰਦੀ ਹੈ। ਤਾਂ ਜਦੋਂ ਉਹਨਾਂ ਨੂੰ ਸਟੀਰੋਇਡ ਦਿੱਤੇ ਜਾਂਦੇ ਆ ਉਹ ਫੁੱਲ ਬਲੋਨ ਡਾਇਬਟਿਕਸ ਹੋ ਜਾਂਦੇ ਆ ਅਤੇ ਉਹਨਾਂ ਨੂੰ ਆਦਤ ਨਹੀਂ ਹੁੰਦੀ ਆਪਣੀ ਬਲੱਡ ਸ਼ੂਗਰ ਮੋਨੀਟਰ ਕਰਨ ਦੀ। ਡਾਇਬਟਿਕ ਪੇਸ਼ੈਂਟਸ ਦੇ ਕੋਲੇ ਤਾਂ ਗਲੂਕੋਮੀਟਰ ਘਰੇ ਹੁੰਦਾ, ਉਹ ਆਪਣੀ ਮੋਨੀਟਰ ਫਿਰ ਵੀ ਕਰ ਸਕਦੇ ਆ ਬਟ ਉਹ ਲੋਕ ਬਿਲਕੁਲ ਨਹੀਂ ਕਰਦੇ। ਉਹ ਵੀ ਇਸ ਦੇ ਫਾਲ ਪ੍ਰੇ ਟੂ ਇਟ, ਟੂ ਦਾ ਮਿਊਕਰਮਾਈਕੋਸਿਸ। ਫਿਰ ਤੀਸਰੀ ਚੀਜ਼ ਐਨੀ ਇਮਿਊਨੋਸੁਪਰੈਸੈਂਟ, ਕੋਈ ਵੀ ਚੀਜ਼ ਜਿਹੜੀ ਬਾਡੀ ਦੀ ਇਮਿਊਨਿਟੀ ਲੋ ਕਰ ਰਹੀ ਆ। ਕੋਈ ਪੇਸ਼ੈਂਟ ਟਰਾਂਸਪਲਾਂਟ ਹੋਇਆ ਕਿਸੇ ਨੂੰ ਕੀਮੋਥੈਰੇਪੀ ਹੋਈ ਹੈ, ਉਹ ਈਜ਼ੀਲੀ ਇਹਨੂੰ ਫੰਗਸ ਨੂੰ ਕੈਚ ਕਰ ਲੈਂਦੇ ਆ। ਫਿਰ ਇਸ ਦੇ ਕੁਝ ਵਾਰਨਿੰਗ ਸਿੰਪਟਮਸ ਹੁੰਦੇ ਆ, ਜਿਸ ਤਰ੍ਹਾਂ ਸਪੋਜ਼ ਕਰੋ ਕਿ ਇਹ ਹਾਈ ਰਿਸਕ ਪੇਸ਼ੈਂਟਸ ਦੇ ਵਿੱਚ ਕੋਈ ਤੁਹਾਨੂੰ ਹੈਡੇਕ ਹੋਣਾ ਸ਼ੁਰੂ ਹੋ ਜੇ, ਸਿਰ ਦਰਦ, ਭਾਰੀਪਨ, ਨੱਕ ਦੇ ਵਿੱਚ ਕੋਈ ਬਰਾਊਨ ਕਲਰ ਦਾ ਰੇਸ਼ਾ ਆਉਣ ਲੱਗ ਜੇ, ਅੱਖਾਂ ਦੀ ਰੋਸ਼ਨੀ ਤੁਹਾਨੂੰ ਦਿਖਣਾ ਘੱਟ ਜੇ, ਤੁਹਾਨੂੰ ਦੋ ਨਜ਼ਰ ਆਉਣੇ ਸ਼ੁਰੂ ਹੋ ਜਾਣ। ਸੋ ਇਹ ਸਾਰੇ ਸਿੰਪਟਮਸ ਆ ਜਿਹੜਾ ਕਿ ਤੁਹਾਨੂੰ ਇਹ ਵਾਰਨਿੰਗ ਸਿੰਪਟਮਸ ਹੈ, ਹਾਈ ਸਸਪੀਸ਼ੀਅਸ ਸਿੰਪਟਮਸ ਹੈ ਜਿਹਦੇ 'ਚ ਤੁਹਾਨੂੰ ਇੱਕ ਕੋਵਿਡ ਹੋ ਸਕਦਾ ਹੈ, ਬਲੈਕ ਫੰਗਸ ਹੋ ਸਕਦੀ ਹੈ। ਤੇ ਇਹਦਾ ਕੋਈ ਟ੍ਰੀਟਮੈਂਟ ਕਰਨ ਲਈ ਜਿਹੜੀਆਂ ਦਵਾਈਆਂ ਵਰਤੀਆਂ ਉਹਦੀ ਵੀ ਮਾਰਕੀਟ ਸ਼ਾਰਟੇਜ ਆਈ ਹੈ ਕੁਝ ਪਿਛਲੇ ਕੁਝ ਦਿਨਾਂ? ਇਸ ਫੰਗਸ ਦੀ ਟ੍ਰੀਟਮੈਂਟ ਦੇ ਵਿੱਚ ਐਮਫੋਟੈਰੀਸਿਨ ਇੰਜੈਕਸ਼ਨ ਹੁੰਦਾ, ਉਹ ਯੂਜ਼ ਹੁੰਦਾ, ਲਾਈਪੋਜ਼ੋਮਲ ਐਮਫੋਟੈਰੀਸਿਨ ਇੰਜੈਕਸ਼ਨ ਹੁੰਦਾ। ਬਟ ਅੱਜ ਦੀ ਡੇਟ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਸਾਨੂੰ ਆਪਣੇ ਪੇਸ਼ੈਂਟਸ ਲਈ, ਜਿਹੜੇ ਐਡਮਿਟਡ ਪੇਸ਼ੈਂਟਸ ਲਈ ਵੀ ਇੰਜੈਕਸ਼ਨਸ ਇਸ ਟਾਈਮ ਅਵੇਲੇਬਲ ਨਹੀਂ ਹੈ। ਸਾਨੂੰ ਬਹੁਤ ਹੀ ਇੱਧਰ ਉੱਧਰੋਂ ਸਾਰੇ ਕਿਤੇ ਪਤਾ ਕਰਕੇ ਅਸੀਂ ਕੁਝ ਇੰਜੈਕਸ਼ਨਸ ਅੱਜ ਅਰੇਂਜ ਕਰਵਾ ਪਾਏ ਹਾਂ ਉਸ ਨੂੰ ਦੇਣ ਲਈ। ਸੋ ਜੇ ਡਾਕਟਰ ਸਭ ਤੋਂ ਵੱਡੀ ਗੱਲ ਆ, ਜੇ ਇਹ ਬਲੈਕ ਫੰਗਸ ਦੀ ਗੱਲ ਕਰਦੇ ਆ, ਇਹਦੇ ਨਾਲ ਕਿਸੇ ਦੀ ਨਿਗਾਹ ਗਈ? ਇਸ ਤਰ੍ਹਾਂ ਦੇ ਪੇਸ਼ੈਂਟ ਵੀ ਆਏ ਨੇ ਜਿਹੜੇ ਕਿ ਇੱਥੇ ਨਹੀਂ ਆਪਾਂ ਟ੍ਰੀਟਮੈਂਟ ਕਰ ਸਕੇ, ਇਸ ਤਰ੍ਹਾਂ ਵੀ? ਨਹੀਂ, ਨਿਗਾਹ ਚਲੀ ਜਾਂਦੀ ਆ ਪੇਸ਼ੈਂਟਸ ਦੀ। ਸਾਡੇ ਕੋਲ ਇਹੋ ਜਿਹੇ 2 ਪੇਸ਼ੈਂਟਸ ਰਹੇ ਨੇ ਜਿਨ੍ਹਾਂ ਦੀ ਨਿਗਾਹ ਚਲੀ ਗਈ ਹੈ, ਜਿਨ੍ਹਾਂ ਦੀ ਸਾਨੂੰ ਔਰਬਿਟਲ ਐਗਜ਼ੈਂਟਰੇਸ਼ਨ ਮੀਨਸ ਉਹ ਫੰਗਸ ਅੱਖ ਦੇ ਵਿੱਚ ਚਲੀ ਗਈ ਤਾਂ ਉਹਦਾ ਨਿਗਾਹ ਖਤਮ ਹੋ ਗਈ, ਸਾਨੂੰ ਅੱਖ ਕੱਢਣੀ ਪਈ ਹੈ ਪੇਸ਼ੈਂਟ ਦੀ। ਤੇ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਇਸ ਬਲੈਕ ਫੰਗਸ ਤੋਂ ਬਚਣ ਲਈ ਜਾਂ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਣ ਲਈ ਕੀ ਜਿਹੜਾ ਪਰਹੇਜ਼ ਰੱਖਣਾ ਚਾਹੀਦਾ ਇਸ ਕੋਵਿਡ ਦੇ ਦੌਰਾਨ? ਦੇਖੋ, ਇਸ ਤੋਂ ਬਚਣ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਸਟੀਰੋਇਡਸ ਦਾ ਬਹੁਤ ਜੁਡੀਸ਼ੀਅਸ ਯੂਜ਼ ਕਰੋ। ਸਟੀਰੋਇਡ ਟ੍ਰੀਟਮੈਂਟ ਤੁਸੀਂ ਇਸੇ ਤਰ੍ਹਾਂ ਹੀ ਨਹੀਂ ਲੈਣਾ ਕਿ ਕਿਸੇ ਦੀ ਪਰਚੀ ਕਾਪੀ ਕਰ ਲਈ, ਕੈਮਿਸਟ ਤੋਂ ਨਹੀਂ ਲੈਣਾ, ਓਵਰ ਦਾ ਕਾਊਂਟਰ ਸਟੀਰੋਇਡ ਨਹੀਂ ਲੈਣਾ। ਸਟੀਰੋਇਡ ਤੁਸੀਂ ਹਮੇਸ਼ਾ ਪ੍ਰੋਪਰ ਸਪੈਸ਼ਲਿਸਟ ਡਾਕਟਰ ਦੀ ਕੰਸਲਟੇਸ਼ਨ ਨਾਲ ਹੀ ਲੈਣਾ ਅਤੇ ਸਟੀਰੋਇਡ ਦੇਣ ਦੇ ਬਹੁਤ ਸਪੈਸੀਫਿਕ ਇੰਡੀਕੇਸ਼ਨ ਹੈ। ਸੋ ਸਟੀਰੋਇਡ ਹੀ ਮੇਨ ਕਲਪ੍ਰਿਟ ਹੈ ਜਿਹੜਾ ਇਸ ਨੂੰ ਵਧਾ ਰਿਹਾ। ਸੋ ਮੈਂ ਇਹ ਕਹਿਣਾ ਚਾਹੂੰਗਾ ਸਾਰਿਆਂ ਨੂੰ ਕਿ ਵੈਰੀ ਜੁਡੀਸ਼ੀਅਸ ਯੂਜ਼ ਆਫ ਸਟੀਰੋਇਡਸ ਐਂਡ ਈਵਨ ਮੇਰੇ ਜਿਹੜੇ ਬਹੁਤ ਸਾਰੇ ਡਾਕਟਰ ਭਰਾ ਜਿਹੜੇ ਸਟੀਰੋਇਡਸ ਦਿੰਦੇ ਆ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਪਲੀਜ਼ ਤੁਸੀਂ ਸੈਕਿੰਡ ਵੀਕਸ ਦੇ ਵਿੱਚ ਸਟੀਰੋਇਡ ਸ਼ੁਰੂ ਕਰਦੇ ਹੋ ਜਦੋਂ, ਉਹਦੀਆਂ ਵੀ ਸਪੈਸੀਫਿਕ ਇੰਡੀਕੇਸ਼ਨਸ ਹੈ ਜਦੋਂ ਸ਼ੁਰੂ ਕਰਨੀ ਹੈ ਅਤੇ ਹਰ ਪੇਸ਼ੈਂਟਸ ਦੀ ਸਟੀਰੋਇਡਸ ਦੀ ਰਿਕੁਆਇਰਮੈਂਟ ਡਿਫਰੈਂਟ ਹੁੰਦੀ ਹੈ, ਉਸ ਹਿਸਾਬ ਨਾਲ ਸਟੀਰੋਇਡ ਦਿੱਤੇ ਜਾਣ। ਬਿਲਕੁਲ, ਸਾਨੂੰ ਡਾਕਟਰ ਰਾਜੀਵ ਕਪਲਾ ਨੇ ਦੱਸਿਆ ਹੈਗਾ ਇਸ ਬਲੈਕ ਫੰਗਸ ਤੋਂ ਕਿਸ ਤਰ੍ਹਾਂ ਬਚਿਆ ਜਾਣਾ ਹੈਗਾ। ਸਭ ਤੋਂ ਵੱਡੀ ਗੱਲ ਆ ਜਿਹੜਾ ਕੋਵਿਡ ਤੋਂ ਬਾਅਦ ਕਈ ਲੋਕ ਜਿਹੜੇ ਕਿ ਸ਼ੂਗਰ ਦੇ ਪੇਸ਼ੈਂਟ ਨੇ ਜਾਂ ਜਿਨ੍ਹਾਂ ਦਾ ਹਾਈ ਲੈਵਲ 'ਤੇ ਸ਼ੂਗਰ ਹੈਗੀ ਆ, ਉਹਨਾਂ ਨੂੰ ਖਾਸ ਕਰਕੇ ਆਪਣਾ ਧਿਆਨ ਰੱਖਣਾ ਚਾਹੀਦਾ ਇਸ ਬਲੈਕ ਫੰਗਸ ਦੀ ਬਿਮਾਰੀ ਤੋਂ ਬਚਣ ਲਈ। ਜਿਸ ਤਰ੍ਹਾਂ ਨਾਲ ਕਈ ਵਾਰ ਸਿਰ ਵਿੱਚ ਦਰਦ ਹੁੰਦਾ ਅਤੇ ਅੱਖਾਂ ਦੇ ਵਿੱਚ ਕੋਈ ਸਾਹਮਣੇ 2 ਵਿਅਕਤੀ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੁੰਦੀ ਹੈ, ਇਹਨਾਂ ਚੀਜ਼ਾਂ ਦਾ ਜੇਕਰ ਕਿਸੇ ਨੂੰ ਕੋਈ ਸਿੰਪਟਮਸ ਆਉਂਦਾ ਤੁਰੰਤ ਜਿਹੜਾ ਡਾਕਟਰ ਨੂੰ ਸੰਪਰਕ ਕਰਨ ਤਾਂ ਜੋ ਇਸ ਬਲੈਕ ਫੰਗਸ ਦੀ ਬਿਮਾਰੀ ਤੋਂ ਅਸੀਂ ਬਚ ਸਕੀਏ। ਅਸੀਂ ਇੱਕ ਨਵੀਂ ਜਾਣਕਾਰੀ ਲੈ ਕੇ ਫਿਰ ਅਸੀਂ ਡੇਲੀ ਪੋਸਟ ਪੰਜਾਬੀ
ਪੰਜਾਬੀ ਦੇ ਹਾਜ਼ਰ ਹੋਵਾਂਗੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਤਵਾਜ।